ਬਰਨਾਲਾ ਦੇ ਇਸ ਨਿੱਕੇ ਜਿਹੇ ਮਕਾਨ ਵਿੱਚ ਕਿਰਾਏ ਤੇ ਰਹਿ ਰਿਹਾ ਪਰਿਵਾਰ ਇੰਨੀ ਦਿਨੀ ਬਹੁਤ ਖੁਸ਼ ਹੈ ਕਿਉਂਕਿ ਇਸ ਪਰਿਵਾਰ ਦਾ ਲੜਕਾ ਨਿਖਿਲ ਜਰਮਨੀ ਜਾ ਰਿਹਾ ਹੈ। ਪਰ ਨਿਖਿਲ ਨੂੰ ਪੰਜਾਬ ਦੇ ਬਾਕੀ ਨੌਜਵਾਨਾਂ ਵਾਂਗ ਕੋਈ ਮਜਬੂਰੀ ਨਹੀਂ ਬਲਕਿ ਉਸ ਦਾ ਇੱਕ ਸੁਪਨਾ ਬਾਹਰ ਲਿਜਾ ਰਿਹਾ ਹੈ। ਐਸਡੀ ਕਾਲਜ ਤੋਂ BSc ਕਰ ਰਹੇ ਨਿਖਿਲ ਦੀ ਇਹ ਉਡਾਨ ਸੌਖੀ ਨਹੀਂ ਸੀ ਬਲਕਿ ਹਜ਼ਾਰਾਂ ਆਰਥਿਕ ਅਤੇ ਹੋਰ ਔਕੜਾਂ ਨਾਲ ਭਰੀ ਹੋਈ ਸੀ। ਜ਼ੁਰਿਚ ਸ਼ਹਿਰ ਵਿੱਚ ਹੁੰਦੀ ਕੌਮਾਂਤਰੀ ਕਾਨਫਰੰਸ ਵਿੱਚ ਪੂਰੀ ਦੁਨੀਆ ਤੋਂ ਕੇਵਲ 50 ਚੋਟੀ ਦੇ ਖੋਜਾਰਥੀਆਂ ਨੂੰ ਖੋਜ ਪੱਤਰ ਪੇਸ਼ ਕਰਨ ਦਾ ਮੌਕਾ ਮਿਲਦਾ ਹੈ ਅਤੇ ਨਿਖਿਲ ਉਹਨਾਂ ਵਿੱਚੋਂ ਇੱਕ ਹੈ। ਮੈਂ ਜਰਮਨੀ ਦੇ ਵਿੱਚ ਇੱਕ ਇੰਟਰਨੈਸ਼ਨਲ ਸਾਇੰਸ ਕਾਨਫਰੰਸ ਹੋਣ ਜਾ ਰਹੀ ਹੈ। ਜ਼ੁਰਿਚ ਦੇ ਵਿੱਚ ਰਿਸਰਚ ਸੈਂਟਰ ਹੈ ਬਹੁਤ ਫੇਮਸ, ਤੇ ਉੱਥੇ ਜੋ ਸਾਇੰਸ ਕਾਨਫਰੰਸ ਹੋਣ ਜਾ ਰਹੀ ਹੈ ਇਹਦੇ ਵਿੱਚ ਇੰਡੀਆ ਦੇ ਵਿੱਚੋਂ 2 ਜਣੇ ਸਿਲੈਕਟ ਹੋਏ ਹੈ ਤੇ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੇਰੀ ਉਹਦੇ ਵਿੱਚ ਸਿਲੈਕਸ਼ਨ ਹੋਈ। ਐਸਡੀ ਕਾਲਜ ਤੋਂ BSc ਕਰ ਰਹੇ ਨਿਖਿਲ ਦੀ ਇਹ ਉਡਾਨ ਸੌਖੀ ਨਹੀਂ ਸੀ ਬਲਕਿ ਹਜ਼ਾਰਾਂ ਆਰਥਿਕ ਅਤੇ ਹੋਰ ਔਕੜਾਂ ਨਾਲ ਭਰੀ ਹੋਈ ਸੀ। ਮੈਂ ਅਪਲਾਈ ਕੀਤਾ ਸੀਗਾ ਅਪ੍ਰੈਲ ਦੇ ਵਿੱਚ ਤੇ ਲਗਭਗ ਜੂਨ ਦੇ ਵਿੱਚ ਮੈਨੂੰ ਉਹਨਾਂ ਦੀ ਈਮੇਲ ਆ ਗਈ ਕਿ ਤੁਸੀਂ ਇਸ ਕਾਨਫਰੰਸ ਦੇ ਵਿੱਚ ਸਿਲੈਕਟ ਹੋ ਗਏ ਹੋ ਤੇ ਤੁਹਾਡੀ ਅਕੋਮੋਡੇਸ਼ਨ ਦਾ ਸਾਰਾ ਖਰਚਾ ਅਸੀਂ ਖੁਦ ਕਰਾਂਗੇ। ਪਰੰਤੂ ਮੇਨ ਗੱਲ ਅਕੋਮੋਡੇਸ਼ਨ ਤਾਂ ਠੀਕ ਹੈ ਉਹਨਾਂ ਨੇ ਕਰ ਦਿੱਤੀ, ਪਰ ਮੇਰੇ ਲਈ ਸਭ ਤੋਂ ਵੱਡੀ ਗੱਲ ਇਹ ਸੀ ਕਿ ਜੋ ਜਹਾਜ਼ ਦਾ ਆਉਣ ਜਾਣ ਦਾ ਖਰਚਾ ਸੀਗਾ ਉਹ ਬਹੁਤ ਜ਼ਿਆਦਾ ਪੈ ਰਿਹਾ ਸੀ, ਲਗਭਗ 70,000 ਦੇ ਲਗਭਗ ਜਹਾਜ਼ ਦੀ ਟਿਕਟ। ਪਰ ਮੈਂ ਫਾਈਨੈਂਸ਼ੀਅਲੀ ਇੰਨਾ ਉਹ ਨਹੀਂ ਹੈਗਾ ਸਾਊਂਡ ਤਾਂ ਕਿ ਮੈਂ ਇਸ ਨੂੰ ਬੀਅਰ ਕਰ ਸਕਾਂ। ਭਾਵੇਂ ਨਿਖਿਲ ਦੀ ਮਿਹਨਤ ਸਦਕਾ ਉਹਦੀ ਚੋਣ ਤਾਂ ਇਸ ਕਾਨਫਰੰਸ ਲਈ ਹੋ ਗਈ ਸੀ, ਪਰ ਜਰਮਨੀ ਜਾਣ ਲਈ ਟਿਕਟ ਜੋਗੇ ਪੈਸੇ ਨਾ ਹੋਣ ਕਾਰਨ ਨਿਖਿਲ ਨੂੰ ਆਪਣਾ ਸੁਪਨਾ ਧੁੰਦਲਾ ਪੈਂਦਾ ਨਜ਼ਰ ਆ ਰਿਹਾ ਸੀ। ਜਿਹੜਾ ਇਹਦਾ ਰਿਸਰਚ ਪੇਪਰ ਪੜ੍ਹਨ ਜਾਣ ਵਾਲਾ ਜਿਹੜਾ ਸਫ਼ਰ ਹੈ ਜਾਂ ਅੱਜ ਜਿਸ ਮੁਕਾਮ ਤੇ ਇਹ ਪਹੁੰਚਿਆ ਵੀ ਇਹ ਜਾਣ ਵਾਸਤੇ ਇਹਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ, ਉਹ ਵੀ ਕੋਈ ਸਫ਼ਰ ਆਸਾਨ ਨਹੀਂ ਸੀ। ਮੈਨੂੰ ਯਾਦ ਹੈ ਜਦੋਂ ਪਹਿਲੀ ਵਾਰੀ ਨਿਖਿਲ ਨੇ ਆ ਕੇ ਮੇਰੇ ਨਾਲ ਇਹ ਗੱਲ ਕੀਤੀ ਕਿ ਮੈਡਮ ਮੈਨੂੰ ਇਹ ਓਪਰਚੁਨਿਟੀ ਮਿਲੀ ਹੈ ਜਿਸ ਦੇ ਵਿੱਚ ਇੰਡੀਆ ਤੋਂ ਸਿਰਫ 2 ਹੀ ਵਿਅਕਤੀ ਜਿਹੜੇ ਆ ਇਸ ਕੰਮ ਲਈ ਚੁਣੇ ਗਏ ਨੇ, ਉਹਨਾਂ ਵਿੱਚੋਂ ਇੱਕ ਮੈਂ ਹਾਂ ਤੇ ਇੱਕ ਕੋਈ ਪ੍ਰੋਫੈਸਰ ਨੇ, ਤੇ ਮੈਂ ਚਾਹੁੰਦਾ ਹੈ ਕਿ ਮੇਰੀ ਇਹਦੇ ਵਿੱਚ ਅਗਰ ਕਾਲਜ ਵੱਲੋਂ ਕੋਈ ਮਾਲੀ ਮਦਦ ਕੀਤੀ ਜਾਵੇ ਤਾਂ ਮੈਂ ਕਿਸੇ ਵੀ ਤਰ੍ਹਾਂ ਨਾਲ ਇਸ ਅਵਸਰ ਨੂੰ ਇਸ ਮੌਕੇ ਨੂੰ ਮੈਂ ਗਵਾਉਣਾ ਨਹੀਂ ਚਾਹੁੰਦਾ। ਮੈਂ ਇਸ ਬੱਚੇ ਨੂੰ ਕਿਹਾ ਕਿ ਤੁਸੀਂ ਮੈਨੂੰ ਆਪਣੇ ਵੱਲੋਂ ਇੱਕ ਅਰਜ਼ੀ ਦਿਓ ਤੇ ਮੈਂ ਉਸ ਅਰਜ਼ੀ ਦੇ ਬਿਹਾਫ ਤੇ ਆਪਣੀ ਮਾਨਯੋਗ ਮੈਨੇਜਿੰਗ ਕਮੇਟੀ ਨਾਲ ਜਦੋਂ ਗੱਲ ਕੀਤੀ, ਇਸ ਵਿਦਿਆਰਥੀ ਦੀ ਅਰਜ਼ੀ ਦੇ ਉੱਤੇ ਗੌਰ ਕਰਦੇ ਹੋਏ ਕੁਝ ਹੀ ਮਿੰਟਾਂ ਦੇ ਵਿੱਚ ਹੀ ਮਾਨਯੋਗ ਮੈਨੇਜਿੰਗ ਕਮੇਟੀ ਨੇ ਫੈਸਲਾ ਸੁਣਾ ਦਿੱਤਾ ਕਿ ਅਸੀਂ ਇਸ ਵਿਦਿਆਰਥੀ ਦੀ ਜਿਹੜੀ ਹੈ ਆਰਥਿਕ ਮਦਦ ਕਰਾਂਗੇ। ਬਹੁਤ ਹੀ ਟਫ ਪ੍ਰੋਸੈਸ ਵਿੱਚ ਦੀ ਲੰਘ ਕੇ ਉਸ ਬੱਚੇ ਨੇ ਇਹ ਪ੍ਰਾਪਤੀ ਹਾਸਲ ਕੀਤੀ ਹੈ ਔਰ ਇੱਕ ਗਰੀਬ ਪਰਿਵਾਰ ਦਾ ਬੱਚਾ ਹੈ। ਉਹ ਗਰੀਬ ਪਰਿਵਾਰ ਦੇ ਵਿੱਚ ਹੋਣ ਦੇ ਬਾਵਜੂਦ ਉਸ ਨੇ ਇਹ ਪ੍ਰਾਪਤੀ ਹਾਸਲ ਕੀਤੀ। ਇਸ ਦੇ ਵਿੱਚ ਅਸੀਂ ਜਿੰਨਾ ਵੀ ਯੋਗਦਾਨ ਕਰ ਸਕਦੇ ਹਾਂ, ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਹੈ ਐਸਡੀ ਕਾਲਜ ਪਰਿਵਾਰ ਦੀ ਕਿ ਅਸੀਂ ਕਿਸੇ ਗਰੀਬ ਬੱਚੇ ਨੂੰ ਪੜ੍ਹਾਈ ਵੱਲੋਂ ਵਾਂਝਾ ਨਹੀਂ ਰਹਿਣ ਦਿੰਦੇ। ਜਿਹੜਾ ਬੱਚਾ ਸਾਡੇ ਨੋਟਿਸ 'ਚ ਆਉਂਦਾ ਹੈ ਕਿ ਕੋਈ ਗਰੀਬੀ ਦੀ ਵਜ੍ਹਾ ਕਰਕੇ, ਕੋਈ ਪੈਸੇ ਦੀ ਵਜ੍ਹਾ ਕਰਕੇ ਆਪਣੀ ਪੜ੍ਹਾਈ ਛੱਡ ਰਿਹਾ, ਅਸੀਂ ਉਹਨੂੰ ਕਿਸੇ ਵੀ ਕੀਮਤ 'ਤੇ ਪੜ੍ਹਾਈ ਨਹੀਂ ਛੱਡਣ ਦਿੰਦੇ, ਪੈਸੇ ਦੀ ਉਸ ਨੂੰ ਕਮੀ ਨਹੀਂ ਆਉਣ ਦਿੰਦੇ। ਇਸੇ ਤਰ੍ਹਾਂ ਇਹ ਬੱਚਾ ਇੰਟਰਨੈਸ਼ਨਲ ਕਾਨਫਰੰਸ ਦੇ ਵਿੱਚ, ਕਿਉਂਕਿ ਟਿਕਟ ਦਾ ਖਰਚਾ ਇਸ ਬੱਚੇ ਨੇ ਖੁਦ ਬੀਅਰ ਕਰਨਾ ਹੈ, ਲੇਕਿਨ ਉਹਦੇ ਘਰੇਲੂ ਹਾਲਾਤ ਐਸੇ ਨੇ ਕਿ ਉਹ ਖਰਚਾ ਬੀਅਰ ਨਹੀਂ ਕਰ ਸਕਦਾ, ਖਰਚਾ ਨਹੀਂ ਦੇ ਸਕਦਾ। ਇਸ ਲਈ ਕਾਲਜ ਨੇ ਆਪਣੇ ਪੱਧਰ 'ਤੇ ਉਸ ਦੀ ਮਾਇਕ ਸਹਾਇਤਾ ਕੀਤੀ ਹੈ ਔਰ ਸਾਡੇ ਲਈ ਇਸ ਪਰਿਵਾਰ ਦੇ ਹੀ ਨੇ, ਉਹ ਵੀ ਪ੍ਰੋਫੈਸਰ, ਸਾਡੇ ਕਾਲਜ ਦੇ ਪ੍ਰੋਫੈਸਰ ਸਾਹਿਬਾਨ ਨੇ ਵੀ ਆਪਣਾ ਬੜਮੁੱਲਾ ਯੋਗਦਾਨ ਉਸ ਬੱਚੇ ਦੀ ਮਦਦ ਕਰਨ ਲਈ ਪਾਇਆ। ਉਹਦੇ ਪਿਤਾ ਇੱਕ ਮਾਮੂਲੀ ਪਲੰਬਰ ਹਨ ਅਤੇ ਸਕੂਲੀ ਵਿਦਿਆਰਥੀਆਂ ਨੂੰ ਟਿਊਸ਼ਨ ਪੜ੍ਹਾ ਕੇ ਨਿਖਿਲ ਆਪਣਾ ਖਰਚਾ ਚੁੱਕਦਾ ਹੈ। ਮੈਂ ਪਲੰਬਰ ਦਾ ਕੰਮ ਕਰਦਾ ਸਰ, ਔਰ ਘਰ ਦੇ ਹਾਲਾਤ ਇਹ ਵੀ ਥੋੜ੍ਹੀ ਜਿਹੀ ਬਿਮਾਰੀ ਸਾਡੇ ਜ਼ਿਆਦਾ ਰਹਿੰਦੀ ਹੈ, ਘਰ ਮੈਡਮ ਵੀ ਬਿਮਾਰ ਰਹਿੰਦੇ, ਮੈਂ ਵੀ ਰਹਿਣਾ, ਇਸ ਕਰਕੇ ਫਾਈਨੈਂਸ਼ੀਅਲੀ ਦਿੱਕਤ ਸਾਨੂੰ ਜ਼ਿਆਦਾ ਰਹਿੰਦੀ ਹੈ ਕਿਉਂਕਿ ਪ੍ਰੋਪਰ ਵਰਕ ਵੀ ਨਹੀਂ ਕਰ ਪਾ ਰਿਹਾ ਮੈਂ, ਇਸ ਕਰਕੇ ਤਾਂ ਕਰਕੇ ਸਾਨੂੰ ਫਾਈਨੈਂਸ਼ੀਅਲੀ ਦਿੱਕਤ ਹੋਣ ਕਰਕੇ ਵੀ ਪ੍ਰੋਬਲਮ ਹੁੰਦੀ ਹੈ। ਔਰ ਮਕਾਨ ਵੀ ਕਿਰਾਏ ਦਾ ਹੈ ਸਾਡਾ ਜੀ, ਸਭ ਕੁਛ ਰੈਂਟ ਦਾ ਹੀ ਹੈ ਸਾਡਾ ਚੱਲ ਰਿਹਾ ਜੋ ਸਿਸਟਮ ਹੈ ਜੀ। ਇਹ ਖੁਦ ਟਿਊਸ਼ਨਾਂ ਕਰ ਰਿਹਾ ਬੱਚਾ, ਆਪਣੀ ਪੜ੍ਹਾਈ ਦਾ ਖਰਚਾ ਥੋੜ੍ਹਾ ਬਹੁਤ ਕੱਢ ਰਿਹਾ ਹੈ। ਕੁਛ ਸਹਿਯੋਗ ਜਿੰਨਾ ਸਾਡੇ ਵੱਲੋਂ ਹੁੰਦਾ ਉਹਨਾਂ ਅਸੀਂ ਕਰਦੇ ਹਾਂ, ਕੁਛ ਮੈਨੇਜਮੈਂਟ ਵੀ ਸਾਥ ਦੇ ਰਹੀ ਹੈ ਬੱਚੇ ਦਾ। ਇਹਦੇ ਬਾਰੇ ਤਾਂ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਵੀ ਐਡੇ ਉਪਲਬਧੀ ਬੱਚਾ ਪ੍ਰਾਪਤ ਕਰੇ, ਐਡੇ ਵੱਡੇ ਪ੍ਰੋਫੈਸਰਾਂ ਨਾਲ ਜਾ ਕੇ ਕਾਨਫਰੰਸ ਕਰੇਗਾ। ਸਾਨੂੰ ਸਿਰਫ ਇਹ ਸੀ ਬੱਚਾ ਪੜ੍ਹ ਲਿਖ ਜਾਏ, ਚਲੋ ਆਪਣੇ ਪੈਰਾਂ 'ਤੇ ਖੜਾ ਹੋ ਜਾਏਗਾ, ਸਾਨੂੰ ਸਿਰਫ ਇੰਨਾ ਸੀ ਸਰ।
ਔਰ ਇਸ ਕਰਕੇ ਖੁਸ਼ੀ ਸਾਡੇ ਤੋਂ ਬਰਦਾਸ਼ਤ ਵੀ ਨਹੀਂ ਹੋ ਰਹੀ, ਇੰਨੀ ਜ਼ਿਆਦਾ है कि बयान भी नहीं कर पा रहे मैं जी। दिक्कत तो बहुत आ रही है जी, हम पढ़ा नहीं सकते, हम तो कह दिया था इसको भी हम नहीं पढ़ा सकते, इसका टीचर ने साथ दिया है, इसकी कॉलेज वाले ने साथ दिया है, इसका आपकी मेहनत करता है। ਅਧਿਆਪਕਾਂ ਮੁਤਾਬਕ ਨਿਖਿਲ ਅੰਦਰ ਖੋਜ ਲਈ ਇੱਕ ਖਾਸ ਕਿਸਮ ਦਾ ਝੁਕਾਅ ਹੈ ਅਤੇ ਉਸ ਦਾ ਟੀਚਾ ਭੌਤਿਕ ਵਿਗਿਆਨ ਦੇ ਖੇਤਰ 'ਚ ਨਵੀਆਂ ਪੈੜਾਂ ਪਾਉਣਾ ਹੈ। मिस्टर निखिल मेरे साथ कम से कम 1-1.5 साल से एसोसिएटेड है, रिसर्च ओरिएंटेड है स्टूडेंट, और उनका इन फ्यूचर भी ऐसा कुछ प्लानिंग है कि रिसर्च में ही एसोसिएट रहना है। फ़िज़िक्स में एमएससी करना चाहते हैं, फ़िज़िक्स में पीएचडी करना चाह रहे हैं, और इन फ्यूचर सोसाइटी को सर्व करना चाहते हैं फ़िज़िक्स के थ्रू। तो ये बेसिकली निखिल कुमार पिछले 1 साल से हाई प्रेशर फिज़िक्स पे रिसर्च कर रहे हैं। हाई प्रेशर फिज़िक्स इन द सेंस कि हाउ दैट सब्सटेंस चेंजेस देयर स्ट्रक्चर एट पार्टिकुलर प्रेशर, राइट। किसी पार्टिकुलर प्रेशर पे कोई मटेरियल अपना नेचर कैसे चेंज करता है, तो वो लेंथेनम टेलोराइड पे रिसर्च पेपर अपना प्रेजेंट करेंगे। +2 ਤੋਂ ਬਾਅਦ ਚਲੇ ਜਾਣੇ ਆਇਲਸ ਕਰਕੇ ਸਾਰੇ ਬੱਚੇ ਚਲੇ ਜਾਂਦੇ ਬਾਹਰ ਘਰਦਿਆਂ ਦੇ ਪੈਸੇ ਲਗਾ ਕੇ ਕਿ ਆਪਾਂ ਜਾਣਾ ਤਾਂ ਹੈਗਾ ਬਾਹਰ, ਪਰ ਆਪਣੇ ਪੈਸੇ ਲਗਾ ਕੇ, ਪਰ ਘਰਦਿਆਂ ਦੇ ਪੈਸੇ ਲਗਾ ਕੇ ਨਹੀਂ ਨਾ ਜਾਣਾਗਾ ਉੱਥੇ ਰਿਸਰਚ ਬੇਸ ਤੇ। ਹਾਂ, ਜਿੱਥੇ ਜਿਹੜਾ ਆਪਾਂ ਨੂੰ ਸਟੈਂਡਰਡ ਹੈ, ਜਿਹੜਾ ਆਪਾਂ ਉਹ ਸਟੈਂਡਰਡ ਨਹੀਂ ਲੂਜ਼ ਕਰਨਾ ਆਪਣਾ, ਤੇ ਨਾ ਹੀ ਆਪਾਂ ਘਰਦਿਆਂ ਦੇ ਪੈਸੇ ਵੇਸਟ ਕਰਨੇ ਉਹਦੇ ਵਿੱਚ। ਠੀਕ, ਆਪਾਂ ਇਹੋ ਜਿਹੀ ਕੋਈ ਓਪਰਚੁਨਿਟੀ ਗੇਨ ਕਰੀਏ, ਆਪਣੀ ਮਿਹਨਤ ਨਾਲ ਕੋਈ ਇਹੋ ਜਿਹਾ ਮੁਕਾਮ ਹਾਸਿਲ ਕਰੀਏ ਕਿ ਜਿੱਥੇ ਉਹ ਆਪ ਆਪਾਂ ਨੂੰ ਇਨਵਾਈਟ ਕਰਨ।